राग सूही महला पंजवा घर तीजा एक ओंकार सतगुर प्रसाद मिथना मोह अगन शोक सागर कर कृपा उधर हर नागर मिथना मोह अगन शोक सागर कर कृपा उधर हार नागर चरण कमल शरणाई नारायण दीनानाथ भगत परायण रहाऊ अनाथा नाथ भगत पै मिटना साध संग जाम दूत न पीटना जीवन रूप अनूप दयाला रावण गुणा कटिया जाम जाला अमृत नाम रसन नित जापै रोग रूप माया न व्यापै जाप गोबिंद संगी सावतारे पोहत नाही पंच बटवारे मान बाट क्राम प्रभु एक त्याई सर्व फला सोई जान पाए तार अनुग्रह अपना प्रभु कीना केवल नाम भगत रास दीना आद मध अंत प्रभ सोई नानक तिस बिना आवर न कोई आद मध अंत प्रभ सोई नानक तिस बिना आवर न कोई। वाहिगुरु जी का खालसा वाहिगुरु जी की फतेह। धन धन गुरुदेव जिस संग हर जपे गुर कृपाल जपै ताव गुण सब छपे। ऐसे करण कारण दीन दयाल भगत वत्सल अनाथ नाथ जगत गुरु श्री गुरु ग्रंथ साहिब जी महाराज जी की पवित्र हजूरी च अमृत वेले दे सजे हुए सचखंड दीवाना च जुड़ बैठी सतगुरां दे परम प्यार च परोती होई गुरु रंग च रंगी होई गुरु खालसा साध संगत जीओ वड्डियां भागां वाले हो। अमृत वेले तो गुरु चरनां च जुड़ के जिथे सतगुरु श्री गुरु ग्रंथ साहिब जी महाराज जी दे दर्शन परस रहे हो। सतगुरां दी तुरकी बाणी अकाली बाणी दे शब्द कीर्तन सरवण करके आप जी ने अपने सवाल समा गुरु लेखे ला के सफला बनाए हैं। तुरकी बाणी अकाली बाणी विचों अज दे श्री मुखवाक विचारन लई गुरु पातशाह दे चरनां विच आप जी इस वक्त तत्पर हो के सावधान हो के जुड़ बैठे हो। पंचम पातशाह शहीदां दे सरताज धन गुरु अर्जन देव साहिब जी महाराज
ਦਇਆਨੰਦ ਸੁਆਮੀ ਜੀ ਨੇ ਅੱਜ ਦੇ ਪਵਿੱਤਰ ਸ਼ਬਦ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਮਨ ਬਿਰਤੀਆਂ ਸਤਿਗੁਰੂ ਪੰਜਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਸਤਿਗੁਰਾਂ ਦੇ ਚਰਨ ਕਮਲਾਂ ਦਾ ਆਸਰਾ ਹਿਰਦੇ 'ਚ ਗ੍ਰਹਿਣ ਕਰਦਿਆਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪੰਜਵਾ। ਘਰ ਤੀਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਘਰ ਤੀਜੇ ਸੁਰਤਾਲ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਮੰਗਲਾਚਰਨ ਕਰਦੇ ਹਨ ਅਕਾਲ ਪੁਰਖ ਇੱਕ ਅਦੁੱਤੀ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੇ ਪ੍ਰਸਾਦ ਦੁਆਰਾ, ਗੁਰੂ ਦੀ ਕਿਰਪਾ ਦੁਆਰਾ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਉਸ ਅਕਾਲ ਪੁਰਖ ਵਿੱਚ ਅਭੇਦਤਾ ਹੁੰਦੀ ਹੈ। ਜੈਸੇ ਨੂੰ ਸੇਵੀਏ ਤੈਸੀ ਬਿਰਤੀ ਬਣ ਜਾਂਦੀ ਹੈ। ਪਾਰ ਬ੍ਰਹਮ ਪਰਮੇਸ਼ਰ ਦੀ ਆਰਾਧਨਾ ਕਰਦਿਆਂ ਕਰਦਿਆਂ ਜਦੋਂ ਇਸ ਜੀਵ ਚੋਂ ਆਪਣਾ ਜੀਵ ਭਾਵ ਸਮਾਪਤ ਹੋ ਜਾਂਦਾ ਹੈ ਤਾਂ ਫਿਰ ਇਹ ਜੀਵ ਵੀ ਬ੍ਰਹਮ ਰੂਪ ਹੋ ਜਾਂਦਾ ਹੈ। ਜੈਸਾ ਸੇਵੈ ਤੈਸਾ ਹੋਵੈ। ਜੈਸੇ ਦੀ ਕੋਈ ਸੇਵਾ ਕਰਦਾ ਉਹ ਤੈਸਾ ਹੀ ਹੋ ਜਾਂਦਾ, ਵੈਸਾ ਹੀ ਹੋ ਜਾਂਦਾ ਹੈ। ਤੋ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕਰਕੇ ਗੁਰਮੰਤਰ ਦੀ ਦਾਤ ਦਿੱਤੀ ਹੈ। ਜਿਸ ਗੁਰਮੰਤਰ ਦਾ ਅਭਿਆਸ ਕਰਦਿਆਂ ਕਰਦਿਆਂ ਅਭਿਆਸੀ ਜਨ ਉਸ ਨਿਰਾਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿੱਚ ਜਾ ਕੇ ਇੱਕਮਿਕ ਹੋ ਜਾਂਦੇ ਨੇ, ਉਹਦੇ 'ਚ ਅਭੇਦ ਹੋ ਜਾਂਦੇ ਹਨ। ਤੋ ਪਰਮਾਤਮਾ ਦੀ ਅਭੇਦਤਾ ਅਕਾਲ ਪੁਰਖ ਵਿੱਚ ਇੱਕਮਿਕ ਹੋਣ ਦੀ ਅਵਸਥਾ ਉਹ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦੀ ਹੈ। ਸਤਿਗੁਰ ਪ੍ਰਸਾਦ। ਜਦੋਂ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆ ਕੇ ਆਪਣੇ ਸਿੱਖ ਤੇ ਦਇਆ ਕਰਦੇ ਨੇ ਤਾਂ ਇਸ ਜੀਵ ਦੀ ਉਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਵਿੱਚ ਅਭੇਦਤਾ ਹੁੰਦੀ ਹੈ। ਮਿਥਾ ਨਾ ਮੋਹ ਅਗਨ ਸੋਕ ਸਾਗਰ। ਇਹ ਸੰਸਾਰ ਇਹਦੇ ਵਿੱਚ ਜਿਹੜਾ ਮੋਹ ਹੈ ਨਾ ਜੀਵ ਦੇ ਹਿਰਦੇ ਵਿੱਚ ਕਿਸੇ ਵਸਤੂ ਪ੍ਰਤੀ, ਕਿਸੇ ਪਦਾਰਥ ਪ੍ਰਤੀ, ਇਹ ਮੋਹ ਮਿਥਿਆ। ਅਸਲ ਵਿੱਚ ਜਿੱਥੇ ਮੋਹ ਹੈ ਉੱਥੇ ਦੁੱਖ ਹੋਵੇਗਾ ਹੀ ਹੋਵੇਗਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਜਿਸ ਨਾਲ ਵੀ ਸਾਡਾ ਮੋਹ ਹੋਵੇਗਾ ਉਹਨੂੰ ਕੋਈ ਪਰੇਸ਼ਾਨੀ ਆਵੇ, ਉਹਨੂੰ ਕੋਈ ਦਿੱਕਤ ਆਵੇ ਤਾਂ ਸਾਡਾ ਮਨ ਦੁਖੀ ਹੋਵੇਗਾ। ਜਿਸ ਨਾਲ ਸਾਡਾ ਮੋਹ ਨਹੀਂ ਹੈ ਉਹਦੇ ਨਾਲ ਜੋ ਮਰਜ਼ੀ ਹੋਈ ਜਾਵੇ ਸਾਨੂੰ ਕੋਈ ਪਰਵਾਹ ਨਹੀਂ ਹੁੰਦੀ। ਜਿਹਦੇ ਨਾਲ ਸਾਡੀ ਮਮਤਾ ਬਣ ਜਾਏ ਕਿ ਮੇਰੀ ਵਸਤੂ ਹੈ ਜਾਂ ਇਹ ਮੇਰਾ ਸੱਜਣ ਹੈ, ਇਹ ਮੇਰਾ ਮਿੱਤਰ ਹੈ, ਮੇਰਾ ਭਾਈ ਹੈ, ਜਦੋਂ ਮੇਰ ਦੀ ਬਿਰਤੀ ਆ ਜਾਂਦੀ ਹੈ, ਇਹਨੂੰ ਮੋਹ ਕਹਿੰਦੇ ਨੇ, ਮਮਤਾ ਦੀ ਬਿਰਤੀ ਕਹਿੰਦੇ ਨੇ, ਉੱਥੇ ਫਿਰ ਇਹੀ ਬਿਰਤੀ ਜੀਵ ਨੂੰ ਦੁੱਖ ਦਿੰਦੀ। ਇਹ ਬੜਾ ਭਿਆਨਕ ਵਿਕਾਰ ਹੈ ਮੋਹ। ਪੰਜਾਂ ਵਿਕਾਰਾਂ ਵਿੱਚੋਂ ਸਭ ਤੋਂ ਪ੍ਰਬਲ ਵਿਕਾਰ ਮੋਹ ਹੈ। ਕਾਮ ਉਤਨਾ ਪ੍ਰਬਲ ਨਹੀਂ ਹੈ, ਕ੍ਰੋਧ ਉਤਨਾ ਪ੍ਰਬਲ ਨਹੀਂ ਹੈ, ਲੋਭ ਤੇ ਹੰਕਾਰ ਵੀ ਉਤਨੇ ਪ੍ਰਬਲ ਨਹੀਂ ਜਿਤਨਾ ਮੋਹ ਪ੍ਰਬਲ ਹੈ। ਸ਼ਾਸਤਰਾਂ ਵਿੱਚ, ਧਰਮ ਗ੍ਰੰਥਾਂ ਵਿੱਚ ਇਸ ਮੋਹ ਨੂੰ ਇਹਨਾਂ ਸਾਰੇ ਵਿਕਾਰਾਂ ਦਾ ਰਾਜਾ ਕਿਹਾ ਹੈ।
ਕਿ ਜਿੰਨੇ ਵਿਕਾਰ ਨੇ ਨਾ ਵਿਕਾਰਾਂ ਦਾ ਰਾਜਾ ਹੈ ਮੋਹ। ਤੋ ਮੋਹ ਦੁੱਖ ਦਿੰਦਾ ਹੈ, ਪਰ ਹੈ ਇਹ ਮਿਥਿਆ ਹੀ, ਝੂਠਾ ਹੀ ਹੈ। ਮਿਥਨ ਮੋਹ, ਮਿਥਨ ਕਹਿੰਦੇ ਨੇ ਮਿਥਿਆ ਝੂਠੇ ਨੂੰ। ਇਹ ਮੋਹ ਝੂਠਾ ਹੈ। ਔਰ ਆ ਜਿਹੜਾ ਸੰਸਾਰ ਸਾਗਰ ਹੈ, ਮਹਾਰਾਜ ਜੀ ਕਹਿੰਦੇ ਦੁੱਖਾਂ ਦਾ ਸਾਗਰ ਹੈ, ਅਗਨ ਸੋਕ ਸਾਗਰ। ਇਹ ਦੁੱਖਾਂ ਦਾ ਸਾਗਰ ਹੈ, ਇਹ ਦੁੱਖਾਂ ਨਾਲ ਭਰਿਆ ਹੋਇਆ। ਹਰ ਇੱਕ ਪ੍ਰਾਣੀ ਮਾਤਰ ਕਿਸੇ ਨਾ ਕਿਸੇ ਦੁੱਖ ਕਰਕੇ ਪੀੜਤ ਹੈ। ਕੋਈ ਤਨ ਕਰਕੇ ਦੁਖੀ ਹੈ, ਕੋਈ ਮਨ ਕਰਕੇ ਦੁਖੀ ਹੈ। ਦੁੱਖ ਸਰਬ ਥਾਵਾਂ ਤੇ ਹੈ। ਮਨੁੱਖ ਨੂੰ ਭਰਮ ਹੁੰਦਾ ਵੀ ਸ਼ਾਇਦ ਫਲਾਣੇ ਬੰਦੇ ਦੇ ਕੋਲ ਸਾਰੇ ਸੁੱਖ ਨੇ, ਉਹ ਸੁਖੀ ਹੈ। ਪਰ ਤੁਸੀਂ ਦੁਨੀਆ ਦੇ ਕਿਸੇ ਵੀ ਵਿਅਕਤੀ ਨਾਲ ਗੱਲ ਕਰੋਗੇ ਜਿਹੜਾ ਪਰਮਾਰਥ ਤੋਂ ਪਰੇ ਹੋਵੇ, ਹਾਂ ਜਿਹੜਾ ਕੋਈ ਪਰਮਾਰਥ ਵਿੱਚ ਟਿਕਿਆ ਹੋਇਆ, ਉਹ ਤਾਂ ਦੁੱਖ ਨੂੰ ਵੀ ਸੁੱਖ ਕਰਕੇ ਮੰਨਦਾ। ਪਰ ਹਾਂ ਜੇ ਕੋਈ ਪਰਮਾਰਥ ਤੋਂ ਖੁੰਝਿਆ ਹੋਇਆ ਕੋਈ ਵੀ ਮਨੁੱਖ ਹੈ, ਜਿਸ ਨੂੰ ਵੀ ਮਿਲੋਗੇ ਪੁੱਛੋ ਤੂੰ ਸੁਖੀ ਹੈ, ਉਹ ਕੋਈ ਨਾ ਕੋਈ ਆਪਣੀ ਪਰੇਸ਼ਾਨੀ, ਕੋਈ ਨਾ ਕੋਈ ਦੁੱਖ ਆਪਣਾ ਜ਼ਰੂਰ ਪ੍ਰਗਟ ਕਰਕੇ ਦੱਸੇਗਾ। ਇਹ ਸੰਸਾਰ ਦਾ ਵਰਤਾਰਾ ਹੈ। ਮਹਾਤਮਾ ਬੁੱਧ ਨੇ 4 ਸਿਧਾਂਤ ਦਿੱਤੇ ਸੰਸਾਰ ਦੇ ਲੋਕਾਂ ਨੂੰ। ਉਹਨਾਂ ਚਾਰਾਂ ਚੋਂ ਇੱਕ ਸਿਧਾਂਤ ਇਹ ਵੀ ਸੀ ਕਿ ਸੰਸਾਰ ਦਾ ਹਰ ਇੱਕ ਪ੍ਰਾਣੀ ਦੁਖੀ ਹੈ। ਇਹ ਦੁੱਖ ਸਭ ਵਿੱਚ ਹੈ, ਪਰ ਇਸ ਦੁੱਖ ਦੀ ਨਿਵਰਤੀ ਕਿਵੇਂ ਹੋ ਸਕਦੀ ਹੈ, ਉਹਦੇ ਲਈ ਸਾਧਨ ਲੱਭਣਾ ਚਾਹੀਏ। ਦੁੱਖ ਦੀ ਨਿਵਰਤੀ ਦਾ ਸਾਧਨ ਲੱਭਣਾ ਚਾਹੀਦਾ ਕਿ ਕਿਸ ਸਾਧਨ ਦੁਆਰਾ, ਕਿਸ ਤਰੀਕੇ ਦੁਆਰਾ ਇਸ ਦੁੱਖ ਦੀ ਨਿਵਰਤੀ ਹੋ ਸਕੇ। ਉਹ ਸਾਧਨ ਧਰਮ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ, ਉਹ ਸਾਧਨ ਸਾਧਨਾ ਵਿੱਚੋਂ ਪ੍ਰਾਪਤ ਹੁੰਦਾ ਹੈ। ਤੋ ਇਹ ਸੰਸਾਰ ਸੋਕ ਦਾ ਸਾਗਰ ਹੈ। ਸੋਕ ਦਾ ਮਤਲਬ ਸੋਖਣਾ, ਸੋਖਣ ਤੋਂ ਸੋਕ ਕਹਿ ਸਕਦੇ ਹਾਂ। ਜਿਵੇਂ ਕਿਸੇ ਚੀਜ਼ ਨੂੰ ਸੋਖਿਆ ਜਾਂਦਾ ਨਾ, ਜਿਵੇਂ ਪਾਣੀ ਸੋਖ ਲਿਆ ਜਾਂਦਾ, ਇਦਾਂ ਜਿਹੜਾ ਸੋਕ ਹੈ ਇਹ ਵੀ ਜੀਵ ਨੂੰ ਸੋਖਦਾ। ਜਿਹਦੇ ਅੰਦਰ ਸੋਕ ਹੈ ਉਹਦਾ ਖੂਨ ਸੁੱਕਦਾ। ਜਿਹਦੇ ਅੰਦਰ ਸੋਕ ਹੈ ਉਹ ਹਰ ਵੇਲੇ ਕਿਰਜਦਾ ਰਹਿੰਦਾ, ਦੁਖੀ ਹੁੰਦਾ ਰਹਿੰਦਾ, ਉਹਦਾ ਤਨ ਵੀ ਸੁੱਕਦਾ ਦੁੱਖ ਦੇ ਨਾਲ। ਤੋ ਸੋਕ ਦਾ ਮਤਲਬ ਜਿਹੜਾ ਸੋਕੇ। ਇਹ ਜਿਹੜਾ ਸੰਸਾਰ ਸਾਗਰ ਹੈ, ਮਹਾਰਾਜ ਜੀ ਕਹਿੰਦੇ ਅੱਗ ਦਾ ਸੋਕ ਸਾਗਰ ਹੈ। ਕਰ ਕਿਰਪਾ ਉਧਰ ਹਰ ਨਾਗਰ। ਬੇਨਤੀ ਕਰੋ ਉਸ ਹਰੀ ਦੇ ਚਰਨਾਂ ਵਿੱਚ, ਜਿਹੜਾ ਹਰੀ ਨਾਗਰ, ਨਾਗਰ ਕਹਿੰਦੇ ਨੇ ਸਿਆਣੇ ਨੂੰ। ਪਰਮੇਸ਼ਰ ਸਿਆਣਾ, ਅਕਾਲ ਪੁਰਖ ਸਿਆਣਾ। ਆਮ ਕਰਕੇ ਲੋਕ ਸੰਸਾਰ ਦੇ ਸਿਆਣਿਆਂ ਦੇ ਉਲਝੇਵੇਂ ਚ ਉਲਝੇ ਰਹਿੰਦੇ ਆ। ਕੋਈ ਸਮੱਸਿਆ ਹੈ, ਕੋਈ ਦੁੱਖ ਹੈ ਕਿ ਚਲੋ ਫਲਾਣੇ ਸਿਆਣੇ ਕੋਲ। ਪਰ ਹਰੀ ਨਾਗਰ ਪਰਮਾਤਮਾ ਹੀ ਸਿਆਣਾ ਹੈ। ਨਾਗਰ ਨਾਮ ਸਿਆਣੇ ਦਾ ਹੈ। ਅਕਾਲ ਪੁਰਖ ਵਰਗਾ ਸਿਆਣਾ ਕੌਣ ਹੈ? ਉਸ ਹਰੀ ਨਾਗਰ, ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅੱਗੇ ਬੇਨਤੀ ਕਰੋ ਕਿ ਹੇ ਹਰੀ ਸਾਡੇ ਤੇ ਕਿਰਪਾ ਕਰ, ਸਾਨੂੰ ਇਸ ਅੱਗ ਦੇ ਸੋਕ ਸਾਗਰ ਵਿੱਚੋਂ ਉਧਾਰ ਲੈ, ਕੱਢ ਲੈ। ਕਰ ਕਿਰਪਾ ਉਧਰ ਹਰ ਨਾਗਰ। ਹੇ ਹਰੀ ਨਾਗਰ ਸਾਡੇ ਤੇ ਕਿਰਪਾ ਕਰਕੇ ਸਾਨੂੰ ਇਸ ਅੱਗ ਦੇ ਸੋਕ ਸਾਗਰ ਵਿੱਚੋਂ ਬਾਹਰ ਕੱਢ ਲੈ। ਸਾਨੂੰ ਇਸ ਅੱਗ ਦੇ ਸੋਕ ਸਾਗਰ ਦੇ ਵਿੱਚੋਂ ਉਭਾਰ ਲੈ, ਰੱਖ ਲੈ। ਉਸ ਹਰੀ ਦੇ ਚਰਨਾਂ 'ਚ ਬੇਨਤੀ ਕਰੋ। ਚਰਨ ਕਮਲ ਸ਼ਰਣਾਈ ਨਾਰਾਇਣ। ਉਹ ਜੋ ਸਾਰੇ ਜਗਤ ਦਾ ਮਾਲਕ ਨਾਰਾਇਣ, ਜਿਹੜਾ ਸਾਰੇ ਨਰਾਂ ਵਿੱਚ ਆਇਆ ਹੋਇਆ ਨਾਰਾਇਣ, ਮੈਂ ਉਹਦੇ ਚਰਨਾਂ ਕਮਲਾਂ ਦੀ ਸ਼ਰਨ ਵਿੱਚ ਹਾਂ। ਚਰਨ ਕਮਲ ਸਰਣਾਏ ਨਾਰਾਇਣ। ਜੋ ਸਰਬ ਨਰਾਂ ਵਿੱਚ ਆਇਆ ਹੋਇਆ ਹਰੀ ਅਕਾਲ ਪੁਰਖ ਹੈ, ਮੈਂ ਉਸ ਦੇ ਪਵਿੱਤਰ ਚਰਨ ਕਮਲਾਂ ਦੀ ਸ਼ਰਨ ਵਿੱਚ ਹਾਂ।
ਪਨਾ ਵਿਚਹਾ। ਦੀਨਾਨਾਥ ਭਗਤ ਪਰਾਇਣ। ਇਹ ਦੀਨਾਂ ਦੇ ਨਾਥ, ਜਿਹੜਾ ਦੀਨ, ਦੀਨ ਕਿਸ ਨੂੰ ਕਹਿੰਦੇ ਆ? ਜਿਹੜਾ ਡਰਿਆ ਹੋਵੇ, ਸਹਿਮਿਆ ਹੋਵੇ, ਉਹਨੂੰ ਕਹਿੰਦੇ ਨੇ ਦੀਨ। ਹੇ ਵਾਹਿਗੁਰੂ, ਅਸੀਂ ਡਰੇ ਤੇ ਸਹਿਮੇ ਹੋਏ ਲੋਕ ਆ। ਸਾਨੂੰ ਡਰ ਹੈ ਜੰਮਾਂ ਦਾ, ਜਨਮ ਮਰਨ ਦਾ ਸਹਿਮ ਹੈ। ਜਿਹੜਾ ਜੰਮਾਂ ਦੇ ਔਰ ਜਨਮ ਮਰਨ ਦੇ ਡਰ ਦੇ ਸਹਿਤ ਹੈ, ਸਹਿਮਿਆ ਹੋਇਆ, ਉਹਨੂੰ ਕਿਹਾ ਦੀਨ। ਹੇ ਪ੍ਰਭੂ, ਅਸੀਂ ਦੀਨ ਹਾਂ, ਤੂੰ ਸਾਡੇ ਦੀਨਾਂ ਦਾ ਨਾਥ ਹੈ, ਸੁਆਮੀ ਹੈ, ਮਾਲਕ ਹੈ। ਭਗਤ ਪਰਾਇਣ। ਔਰ ਮਹਾਰਾਜ ਜੀ, ਤੁਸੀਂ ਆਪਣੇ ਭਗਤਾਂ ਦੇ ਪਰਾਇਣ ਹੋ, ਆਪਣੇ ਭਗਤਾਂ ਦੇ ਅਧੀਨ ਹੋ, ਆਪਣੇ ਭਗਤਾਂ ਦੇ ਵਸੀਕਾਰ ਹੋ। ਇਤਨੇ ਵਸੀਕਾਰ ਕਿ ਜੋ ਭਗਤ ਕਹਿਣ ਉਸ ਨੂੰ ਪ੍ਰਵਾਨ ਕਰਦੇ ਹੋ। ਜੋ ਭਗਤ ਕਰਾਣਾ ਚਾਹਣ ਉਹ ਤੁਸੀਂ ਕਰ ਦਿੰਦੇ ਹੋ, ਭਗਤਾਂ ਦੇ ਅਧੀਨ ਹੋ। ਐਸਾ ਨਹੀਂ ਕਿ ਭਗਤਾਂ ਤੋਂ ਕੋਈ ਗਰਜ ਹੈ ਉਸ ਪਰਮੇਸ਼ਰ ਨੂੰ। ਭਗਤਾਂ ਦੇ ਅਧੀਨ ਇਸ ਕਰਕੇ ਹੈ ਕਿਉਂਕਿ ਭਗਤਾਂ ਨੇ ਉਸ ਪ੍ਰਭੂ ਨਾਲ ਪ੍ਰੇਮ ਕੀਤਾ ਔਰ ਪ੍ਰੇਮ ਕਰਕੇ ਉਸ ਪ੍ਰਭੂ ਨੂੰ ਆਪਣੇ ਵਸ ਕੀਤਾ ਹੋਇਆ। ਕੋਈ ਉਸ ਪ੍ਰਭੂ ਨਾਲ ਪ੍ਰੇਮ ਕਰ ਲਵੇ, ਪ੍ਰੇਮ ਕਰਨ ਵਾਲਿਆਂ ਦੇ ਉਹ ਵਸੀਕਾਰ ਹੋ ਜਾਂਦਾ ਹੈ, ਕੋਈ ਕਰ ਲਵੇ। ਤੋ ਮਹਾਰਾਜ ਜੀ, ਤੁਸੀਂ ਆਪਣੇ ਭਗਤਾਂ ਦੇ ਪਰਾਇਣ ਹੋ, ਆਪਣੇ ਭਗਤਾਂ ਦੇ ਅਧੀਨ ਹੋ। ਜੋ ਭਗਤ ਕਰਨ ਉਹ ਤੁਹਾਨੂੰ ਪ੍ਰਵਾਨ ਹੈ, ਜੋ ਭਗਤ ਕਹਿਣ ਉਹ ਤੁਹਾਨੂੰ ਪ੍ਰਵਾਨ ਹੈ। ਤੋ ਤੁਸੀਂ ਦੀਨਾਂ ਦੇ ਨਾਥ ਹੋ, ਨਿਮਾਣਿਆਂ ਦੇ ਨਾਥ ਹੋ, ਅਨਾਥਾਂ ਦੇ ਨਾਥ ਹੋ ਔਰ ਆਪਣੇ ਭਗਤਾਂ ਦੇ ਅਧੀਨ ਹੋ। ਰਹਾਉ ਅਨਾਥਾ ਨਾਥ ਭਗਤ ਭੈ ਮੀਟਨਾ। ਮਹਾਰਾਜ ਜੀ, ਤੁਸੀਂ ਅਨਾਥਾਂ ਦੇ ਨਾਥ ਹੋ, ਜਿਸ ਦਾ ਕੋਈ ਨਹੀਂ ਉਸ ਦੇ ਤੁਸੀਂ ਹੋ। ਜਿਸ ਕਾ ਨਾਹੀ ਕੋਏ ਹਾਂ, ਤਿਸ ਕਾ ਪ੍ਰਭੂ ਸੋਏ ਹਾਂ। ਜਿਸ ਦਾ ਕੋਈ ਨਹੀਂ ਉਹਦੇ ਤੁਸੀਂ ਹੋ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਨਮੁਖ ਖਲੋ ਕੇ ਕਹਿੰਦੇ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਜਿਸ ਦਾ ਕੋਈ ਆਸਰਾ ਨਹੀਂ, ਜਿਸ ਦਾ ਕੋਈ ਸਹਾਰਾ ਨਹੀਂ, ਜਿਹਦਾ ਕੋਈ ਵਾਲੀ ਵਾਰਸ ਨਹੀਂ, ਉਹਦੇ ਵਾਲੀ, ਉਹਦੇ ਸਹਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਹੋ। ਜਿਸ ਦਾ ਕੋਈ ਨਹੀਂ ਉਹਦੇ ਤੁਸੀਂ ਹੋ। ਅਨਾਥਾਂ ਨਾਥ, ਮਹਾਰਾਜ ਤੁਸੀਂ ਅਨਾਥਾਂ ਦੇ ਨਾਥ ਹੋ। ਭਗਤ ਭੈ ਮੇਟਨ, ਆਪਣਿਆਂ ਭਗਤਾਂ ਦੇ ਭੈ ਨੂੰ, ਡਰ ਨੂੰ ਮੇਟਣ ਵਾਲੇ ਹੋ। ਭਗਤ ਭੈ ਮੇਟਨ, ਭਗਤਾਂ ਅੰਦਰ ਭੈ ਨਹੀਂ ਰਹਿਣ ਦਿੰਦੇ, ਆਪਣੇ ਪਿਆਰਿਆਂ ਅੰਦਰ ਡਰ ਨਹੀਂ ਰਹਿਣ ਦਿੰਦੇ। ਆਪਣਿਆਂ ਭਗਤਾਂ ਦੇ ਭੈ ਨੂੰ ਮੇਟਣ ਦੀ ਸਮਰੱਥਾ ਦੇ ਮਾਲਕ ਹੋ। ਸਾਧ ਸੰਗ ਜਮਦੂਤ ਨਾ ਭੇਟਨਾ। ਸਾਧ ਸੰਗਤ ਕਰਨ ਵਾਲੇ ਜਮਦੂਤਾਂ ਦੀ ਭੇਟ ਨਹੀਂ ਚੜ੍ਹਦੇ। ਜਿਹੜੇ ਸਾਧ ਸੰਗਤ ਕਰਨ ਵਾਲੇ ਸਤ ਸੰਗੀ ਨੇ, ਸਤ ਸੰਗਤ ਦਾ ਪ੍ਰਤਾਪ ਇਤਨਾ ਕਿ ਸਤ ਸੰਗਤ ਕਰਨ ਵਾਲੇ ਜਮਦੂਤਾਂ ਦੀ ਭੇਟ ਨਹੀਂ ਚੜ੍ਹਦੇ। ਅਜਾਮਲ ਨੇ ਸਾਰੀ ਜ਼ਿੰਦਗੀ ਪਾਪ ਕੀਤੇ, ਸਾਰਾ ਜੀਵਨ ਗੁਨਾਹ ਕੀਤੇ। ਇੱਕ ਵਾਰੀ ਕੁਝ ਸੰਤਾਂ ਦੀ ਮੰਡਲੀ ਨਗਰ ਵਿੱਚ ਆਈ। ਸੁਭਾਵਕ ਕਿਸੇ ਨੂੰ ਪੁੱਛ ਲਿਆ ਵੀ ਇੱਥੇ ਕੋਈ ਤੁਹਾਡੇ ਸ੍ਰੇਸ਼ਟ ਬ੍ਰਾਹਮਣ ਹੋਵੇ, ਤੇ ਲੋਕਾਂ ਨੇ ਮਖੌਲ ਕਰਦਿਆਂ ਆਖਿਆ ਜੀ ਹੈ ਅਜਾਮਲ ਬ੍ਰਾਹਮਣ ਬੜਾ ਸ੍ਰੇਸ਼ਟ ਹੈ। ਉਹ ਸੰਤ ਜਨ ਉਸ ਅਜਾਮਲ ਕੋਲ ਚਲੇ ਗਏ। ਕਹਿਣ ਲੱਗੇ ਤੂੰ ਸ੍ਰੇਸ਼ਟ ਬ੍ਰਾਹਮਣ ਆ? ਕਹਿੰਦਾ ਜੀ ਮੇਰੇ ਵਰਗਾ ਤਾਂ ਨੀਚ ਪੰਡਤ ਨਹੀਂ ਕੋਈ ਹੋਣਾ। ਸ਼ਰਾਬ ਮੈਂ ਪੀਣਾ ਬ੍ਰਾਹਮਣ ਹੋ ਕੇ, ਜੂਆ ਮੈਂ ਖੇਡਦਾ, ਸ਼ਿਕਾਰ ਮੈਂ ਖੇਡਦਾ, ਜੀਵ ਮੈਂ ਮਾਰਦਾ ਹਾਂ, ਵੇਸ਼ਿਆਗਾਮੀ ਹਾਂ। ਕਹਿਣ ਲੱਗੇ ਚਲੋ ਹੁਣ ਆ ਗਏ ਆ ਤੇਰੇ ਪਾਸ,
ਜੇ ਤੂੰ ਇਹ ਸਾਰੇ ਗੁਨਾਹ ਕਰਦਾ ਤੇ ਤੈਨੂੰ ਪਤਾ ਹੈ ਵੀ ਇਹ ਸਭ ਗੁਨਾਹ ਨੇ, ਤੇ ਫਿਰ ਤੂੰ ਨਾਰਾਇਣ ਨਾਰਾਇਣ ਜਪਿਆ ਕਰ। ਕਹਿੰਦਾ ਮੈਂ ਇਹ ਨਹੀਂ ਕਰ ਸਕਦਾ, ਮੇਰੇ ਕੋਲੋਂ ਨਹੀਂ ਨਾਮ ਜਪਿਆ ਜਾਂਦਾ। ਮਹਾਤਮਾ ਕਹਿਣ ਲੱਗੇ ਚੱਲ ਨਾ ਜਪਿਆ ਕਰ, ਪਰ ਇੱਕ ਕੰਮ ਤਾਂ ਕਰ ਸਕਦਾ ਵੀ ਤੇਰੇ ਬੇਟਾ ਹੋਣਾ ਹੈ, ਸਭ ਤੋਂ ਛੋਟਾ ਬਾਲਕ, ਅਖੀਰਲਾ ਬਾਲਕ, ਉਹਦਾ ਜਨਮ ਹੋਣ ਵਾਲਾ ਹੈ, ਉਹਦਾ ਨਾਮ ਨਾਰਾਇਣ ਰੱਖ ਦੇ। ਬਾਲਕ ਜਨਮਿਆ, ਉਹਦਾ ਨਾਮ ਨਾਰਾਇਣ ਰੱਖ ਦਿੱਤਾ। ਉਹਦੇ ਨਾਲ ਇਹੋ ਜਿਹਾ ਹੇਤ ਪਿਆ, ਹਰ ਵੇਲੇ ਉਸੇ ਦਾ ਨਾਮ ਲਿਆ ਕਰੇ। ਨਾਰਾਇਣ ਪਾਣੀ ਲਿਆਓ, ਨਾਰਾਇਣ ਨਾਰਾਇਣ। ਜਿਹੜਾ ਕਹਿੰਦਾ ਸੀ ਮੇਰੇ ਕੋਲੋਂ ਨਾਮ ਜਪਿਆ ਹੀ ਨਹੀਂ ਜਾਣਾ, ਦਿਨ ਰਾਤ ਉਸੇ ਦਾ ਨਾਮ ਲੈਂਦਾ, ਨਾਰਾਇਣ ਨਾਰਾਇਣ। ਇਹ ਸਤ ਸੰਗਤ ਦਾ ਪ੍ਰਤਾਪ ਸੀ। ਅਖੀਰ ਉਸੇ ਨਾਰਾਇਣ ਨੂੰ ਚਿੰਤਨ ਵਿੱਚ ਲਿਆ ਕੇ, ਜੋ ਸਰਬ ਸੰਸਾਰ ਦੇ ਜੀਵਾਂ ਵਿੱਚ ਆਇਆ ਹੋਇਆ ਅਕਾਲ ਪੁਰਖ ਹੈ, ਸਾਧ ਸੰਗਤ ਦੇ ਪ੍ਰਤਾਪ ਕਰਕੇ ਜਮਦੂਤਾਂ ਦੀ ਭੇਟ ਨਹੀਂ ਚੜਿਆ, ਮੁਕਤ ਹੋ ਗਿਆ, ਮੁਕਤ ਹੋ ਗਿਆ। ਸਾਧ ਸੰਗਤ ਦਾ ਹੀ ਇਹ ਪ੍ਰਤਾਪ ਹੈ। ਜੇ ਉਹਨੂੰ ਸਤ ਸੰਗਤ ਦੀਆਂ ਘੜੀਆਂ ਨਾ ਪ੍ਰਾਪਤ ਹੁੰਦੀਆਂ, ਸਾਧੂ ਜਨਾਂ ਦਾ ਸੰਗ ਪ੍ਰਾਪਤ ਨਾ ਹੁੰਦਾ, ਤੇ ਸਾਰੀ ਜ਼ਿੰਦਗੀ ਗਰਕਦਿਆਂ ਹੀ ਬੀਤ ਜਾਂਦੀ ਤੇ ਪਰਲੋਕ ਵੀ ਵਿਗੜ ਜਾਂਦਾ। ਸਾਧ ਸੰਗਤ ਦਾ ਇਹ ਸਭ ਤੋਂ ਵੱਡਾ ਪ੍ਰਤਾਪ ਹੈ ਕਿ ਸਾਧ ਸੰਗਤ ਕਰਨ ਵਾਲੇ ਸਤ ਸੰਗੀਆਂ ਨੂੰ ਜਮਦੂਤਾਂ ਦੀ ਭੇਟ ਨਹੀਂ ਚੜ੍ਹਨਾ ਪੈਂਦਾ। ਜੀਵਨ ਰੂਪ ਅਨੂਪ ਦਇਆਲਾ। हे ਪ੍ਰਭੂ, ਤੂੰ ਸੰਸਾਰ ਦੇ ਸਮਸਤ ਜੀਵਾਂ ਦਾ ਜੀਵਨ ਰੂਪ ਹੈ। ਤੇਰੇ ਕਰਕੇ ਸੰਸਾਰ ਦੇ ਸਮਸਤ ਜੀਵ ਜੀ ਰਹੇ ਨੇ। ਤੇਰੀ ਚੇਤਨਾ ਇਹਨਾਂ ਸਾਰਿਆਂ ਵਿੱਚ ਹੈ। ਤੂੰ ਅਨੂਪ ਹੈ, ਉਪਮਾ ਤੋਂ ਰਹਿਤ ਹੈ, ਔਰ ਸੰਸਾਰ ਦੇ ਸਮਸਤ ਜੀਵਾਂ ਤੇ ਦਇਆ ਕਰਨ ਵਾਲਾ ਦਿਆਲੂ ਹੈ। ਰਾਵਣ ਗੁਣਾ ਕਟਿਐ ਜਮ ਜਾਲਾ। ਜਿਹੜੇ ਤੇਰੇ ਗੁਣਾਂ ਨੂੰ ਰਵਣ ਕਹੀਏ ਉਚਾਰਨ ਕਰਦੇ ਹਨ, ਤੇਰੇ ਗੁਣਾਂ ਨੂੰ ਗਾਇਨ ਕਰਦੇ ਹਨ, ਉਹਨਾਂ ਦੇ ਜਮਾਂ ਦੀਆਂ ਫਾਈਆਂ ਨੂੰ ਹੇ ਵਾਹਿਗੁਰੂ ਜੀ ਤੁਸੀਂ ਕੱਟ ਦਿੰਦੇ ਹੋ। ਜਿਹੜੇ ਜਿਹੜੇ ਤੁਹਾਡੇ ਗੁਣਾਂ ਨੂੰ ਕਹਿੰਦੇ ਨੇ, ਉਹਨਾਂ ਦੀਆਂ ਜਮਾਂ ਦੀਆਂ ਫਾਈਆਂ ਕੱਟ ਕੇ ਉਹਨਾਂ ਨੂੰ ਮੋਕਸ਼ ਤੇ ਮੁਕਤੀ ਬਖਸ਼ ਦਿੰਦੇ ਹੋ। ਅੰਮ੍ਰਿਤ ਨਾਮ ਰਸਨ ਨਿਤ ਜਾਪੈ। हे ਪ੍ਰਭੂ, ਤੇਰਾ ਅੰਮ੍ਰਿਤ ਨਾਮ ਮੇਰੀ ਰਸਨਾ ਨਿਤ ਜਪਦੀ ਹੈ। ਅੰਮ੍ਰਿਤ ਨਾਮ ਨੂੰ ਮੇਰੀ ਰਸਨਾ ਨਿਤ ਆਰਾਧਦੀ ਹੈ, ਨਿਤ ਧਿਆਉਂਦੀ ਹੈ। ਰੋਗ ਰੂਪ ਮਾਇਆ ਨਾ ਵਿਆਪੈ। ਜਿਹੜੇ ਆਪਣੀ ਰਸਨਾ ਤੋਂ ਉਸ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ, ਰੋਗ ਰੂਪੀ ਮਾਇਆ ਉਹਨਾਂ ਨੂੰ ਨਹੀਂ ਪਹੁੰਚਦੀ, ਰੋਗ ਰੂਪੀ ਮਾਇਆ ਉਹਨਾਂ ਨੂੰ ਨਹੀਂ ਵਿਆਪਦੀ। ਜਿਹੜੇ ਆਪਣੀ ਰਸਨਾ ਨਾਲ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਆਰਾਧਦੇ ਹਨ, ਮਾਇਆ ਉਹਨਾਂ ਤੇ ਹਾਵੀ ਨਹੀਂ ਹੁੰਦੀ। ਇਹ ਮਾਇਆ ਰੋਗ ਰੂਪ ਹੈ, ਰੋਗ ਬਣ ਕੇ ਚਿੰਬੜਦੀ ਹੈ ਇਹ ਮਾਇਆ। ਇਹਦੀ ਔਸ਼ਧੀ ਹੈ ਪਰਮੇਸ਼ਰ ਦਾ ਭਜਨ, ਇਹਦੀ ਦਵਾਈ ਹੈ ਅਕਾਲ ਪੁਰਖ ਦਾ ਸਿਮਰਨ। ਤੋ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਗੁਰਮੁਖਾਂ ਨੂੰ ਇਹ ਮਾਇਆ ਜੋ ਰੋਗ ਰੂਪ ਹੈ ਨਹੀਂ ਵਿਆਪਦੀ। ਜਾਪ ਗੋਬਿੰਦ ਸੰਗੀ ਸਭ ਤਾਰੇ। ਜਿਨ੍ਹਾਂ ਨੇ ਉਸ ਗੋਬਿੰਦ ਦਾ ਜਪ ਕੀਤਾ ਹੈ, ਉਹ ਆਪ ਤਾਂ ਤਰੇ ਹੀ ਨੇ, ਉਹਨਾਂ ਨੇ ਆਪਣੇ ਸੰਗੀ ਵੀ ਤਾਰ ਲਏ। ਜਪ ਗੋਬਿੰਦ ਸੰਗੀ ਸਭ ਤਾਰੇ। ਗੋਬਿੰਦ ਦਾ ਜਾਪ ਜਪ ਕੇ ਉਹਨਾਂ ਨੇ ਆਪਣੇ ਸੰਗੀ, ਆਪਣੇ ਸਾਥੀ ਵੀ ਤਾਰ ਲਏ। ਪੋਹਤ ਨਾਹੀ ਪੰਚ ਬਟਵਾਰੇ। ਇਹ ਜਿਹੜੇ ਪੰਜ ਵਿਕਾਰ ਨੇ, ਇਹ ਪੰਜੇ ਰਾਹ ਮਾਰ ਨੇ। ਬਟਵਾਰੇ ਕਹਿੰਦੇ ਜਿਹੜੇ ਰਸਤੇ 'ਚ ਖਲੋਤਿਆਂ ਜੀਵ ਨੂੰ ਲੁੱਟ ਲੈਣ, ਉਹਨਾਂ ਨੂੰ ਬਟਵਾਰਾ ਕਹਿੰਦੇ। ਇਹ ਪੰਜੇ ਵਿਕਾਰ ਬਟਵਾਰੇ ਨੇ, ਰਾਹ ਮਾਰ ਨੇ। ਟੁਰੇ ਜਾਂਦੇ ਮਨੁੱਖ ਨੂੰ ਲੁੱਟ ਲੈਂਦੇ ਆ। ਜਿਹੜਾ ਮਨੁੱਖ ਟੁਰਿਆ ਜਾ ਰਿਹਾ ਸੀ ਪ੍ਰਮਾਤਮਾ ਦੇ ਘਰ ਨੂੰ, ਰਸਤੇ ਵਿੱਚ ਇਹਨਾਂ ਨੇ ਆ ਕੇ ਘੇਰ ਲਿਆ ਔਰ ਲੁੱਟ ਲਿਆ। ਇਹਦੇ ਕੋਲ ਜਿੰਨੇ ਸ਼ੁਭ ਗੁਣ ਸੀ ਸਾਰੇ ਖੋਹ ਲਏ। ਹਾਂ, ਜੇ ਕਿਤੇ ਸੰਗਤ ਵਿੱਚ ਟੁਰਿਆ ਚਲਿਆ ਜਾਂਦਾ ਤਾਂ ਇਹਨਾਂ ਬਟਵਾਰਿਆਂ ਨੂੰ ਭੈ ਰਹਿੰਦਾ।
ਕੱਲਾ ਸੀ, ਕੱਲੇ ਨੂੰ ਵੇਖ ਕੇ ਹੰਕਾਰ ਨੇ ਆ ਕੇ ਦੱਬ ਲਿਆ। ਮੇਰੇ ਵਰਗਾ ਰੱਬ ਦੀ ਭਗਤੀ ਕਰਨ ਵਾਲਾ ਕਿਹੜਾ ਹੋਣਾ? ਤੇ ਹੰਕਾਰ ਨੇ ਆ ਕੇ ਸਭ ਕੁਝ ਲੁੱਟ ਲਿਆ। ਜੇ ਸੰਗਤ ਵਿੱਚ ਹੁੰਦਾ ਤੇ ਵੇਖਦਾ ਮੈਂ ਇਕੱਲਾ ਹੀ ਭਗਤੀ ਕਰਨ ਵਾਲਾ ਨਹੀਂ, ਬਹੁਤ ਨੇ ਨਿਰੰਕਾਰ ਦੀ ਭਗਤੀ ਕਰਨ ਵਾਲੇ ਜੋ ਮੇਰੇ ਤੋਂ ਅੱਗੇ ਨੇ, ਮੈਂ ਤਾਂ ਕੁਝ ਵੀ ਨਹੀਂ। ਤੇ ਇਹਨਾਂ ਰਾਹ ਮਾਰਾ ਤੋਂ ਬਚ ਜਾਂਦਾ। ਪਰਮੇਸ਼ਰ ਦਾ ਭਜਨ ਕਰਨ ਵਾਲੇ, ਅਕਾਲ ਪੁਰਖ ਦੀ ਬੰਦਗੀ ਕਰਨ ਵਾਲਿਆਂ ਨੂੰ ਔਰ ਸਤ ਸੰਗਤ ਕਰਨ ਵਾਲਿਆਂ ਨੂੰ ਜਿਹੜੇ ਇਹ ਪੰਜ ਰਾਹ ਮਾਰ ਨੇ ਇਹ ਪਹੁੰਚਦੇ ਨਹੀਂ, ਉਹਨਾਂ ਦੇ ਨੇੜੇ ਉਹਨਾਂ ਤੇ ਆ ਕੇ ਪ੍ਰਭਾਵ ਨਹੀਂ ਪਾਉਂਦੇ। ਮਾਨ ਬਾਚ ਕ੍ਰਮ ਪ੍ਰਭ ਏਕ ਧਿਆਏ। ਜਿਹੜੇ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਇੱਕ ਪਰਮੇਸ਼ਰ ਨੂੰ ਧਿਆਉਂਦੇ ਹਨ, ਜਿਨ੍ਹਾਂ ਦੇ ਮਨ ਵਿੱਚ, ਬਚਨ ਵਿੱਚ ਤੇ ਕਰਮ ਵਿੱਚ ਪਰਮੇਸ਼ਰ ਦਾ ਚਿੰਤਨ ਹੈ। ਮਨ ਬਾਚ ਕ੍ਰਮ ਪ੍ਰਭ ਏਕ ਧਿਆਏ। ਜਿਨ੍ਹਾਂ ਦੇ ਮਨ 'ਚ ਕੁਝ ਹੋਰ ਹੋਵੇ, ਮੁਖ ਵਿੱਚ ਕੁਝ ਹੋਰ ਹੋਵੇ ਤੇ ਕਰਮ ਵਿੱਚ ਕੁਝ ਹੋਰ ਹੋਵੇ, ਉਹਨਾਂ ਨੂੰ ਮਨਮੁਖ ਕਹਿੰਦੇ ਆ। ਮਨ 'ਚ ਅਸੀਂ ਜੋ ਸੋਚਦੇ ਆ ਨਾ, ਉਹ ਅਸੀਂ ਜ਼ੁਬਾਨ ਤੋਂ ਨਹੀਂ ਕਹਿੰਦੇ, ਔਰ ਜੋ ਅਸੀਂ ਆਪਣੀ ਜ਼ੁਬਾਨ ਤੋਂ ਕਹਿ ਰਹੇ ਹਾਂ ਮਾਫ ਕਰਨਾ, ਉਹਦੇ ਮੁਤਾਬਕ ਅਸੀਂ ਚੱਲਦੇ ਨਹੀਂ ਹਾਂ। ਸਾਡੇ ਤਿੰਨਾਂ ਵਿੱਚ ਫਰਕ ਹੈ, ਮਨ, ਬਚ, ਕਰਮ, ਤਿੰਨਾਂ ਵਿੱਚ ਹੀ ਭੇਦ ਹੈ। ਜਿਹੜਾ ਸਾਧੂ ਹੁੰਦਾ ਹੈ ਉਹਦੇ ਮਨ ਵਿੱਚ ਜੋ ਹੈ ਉਹੀ ਰਸਨਾ ਤੇ ਹੈ, ਔਰ ਉਹ ਜੋ ਆਪਣੀ ਰਸਨਾ ਤੋਂ ਕਹਿ ਰਿਹਾ ਉਹਦੇ ਵਿਵਹਾਰ ਵਿੱਚ ਵੀ ਉਹੀ ਹੈ। ਤੋ ਰੱਬ ਦੇ ਪਿਆਰੇ, ਉਹਦੇ ਜਨ ਮਨ ਕਰਕੇ, ਬਚਨ ਕਰਕੇ ਔਰ ਵਿਵਹਾਰ ਕਰਕੇ ਉਸ ਇੱਕ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਉਂਦੇ ਹਨ। ਸਰਬ ਫਲਾ ਸੋਈ ਜਨ ਪਾਏ। ਜਿਹੜੇ ਮਨ ਬਚ ਕਰਮ ਕਰਕੇ ਉਸ ਪ੍ਰਭੂ ਨੂੰ ਧਿਆਉਂਦੇ ਨੇ, ਉਸ ਮਾਲਕ ਕੋਲੋਂ, ਉਸ ਪ੍ਰਭੂ ਕੋਲੋਂ ਸਾਰੇ ਫਲ ਪ੍ਰਾਪਤ ਕਰ ਲੈਂਦੇ। ਸਰਬ ਫਲਾ ਸੋਈ ਜਨ ਪਾਏ। ਉਹਨਾਂ ਨੂੰ ਸਰਬ ਫਲਾਂ ਦੀ ਜਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ। ਜਿਨ੍ਹਾਂ ਤੇ ਅਨੁਗ੍ਰਹ ਕਰਕੇ, ਕਿਰਪਾ ਕਰਕੇ ਪ੍ਰਭੂ ਨੇ ਜਿਨ੍ਹਾਂ ਨੂੰ ਆਪਣਾ ਕਰ ਲਿਆ, ਆਪਣਾ ਬਣਾ ਲਿਆ ਵੀ ਇਹ ਮੇਰੇ ਨੇ। ਜਿਹੜੇ ਖਰੇ ਨੇ ਨਾ, ਖਰੇ, ਉਹਨਾਂ ਨੂੰ ਸਾਹਿਬ ਨੇ ਆਪਣੇ ਖਜ਼ਾਨੇ 'ਚ ਪਾ ਲਿਆ ਵੀ ਇਹ ਮੇਰੇ ਨੇ। ਜਿਹੜੇ ਖੋਟੇ ਸਨ ਉਹ ਕੱਢ ਕੇ ਬਾਹਰ ਸੁੱਟ ਦਿੱਤੇ। ਤੋ ਜਿਨ੍ਹਾਂ ਤੇ ਪਰਮੇਸ਼ਰ ਨੇ ਤਰਸ ਕਰਕੇ, ਦਇਆ ਕਰਕੇ ਜਿਨ੍ਹਾਂ ਨੂੰ ਆਪਣਾ ਕਰ ਲਿਆ, ਆਪਣਾ ਬਣਾ ਲਿਆ, ਕੇਵਲ ਨਾਮ ਭਗਤ ਰਸ ਦੀਨਾ। ਉਹਨਾਂ ਨੂੰ ਕੇਵਲ ਆਪਣੇ ਅੰਮ੍ਰਿਤ ਨਾਮ ਦੀ ਦਾਤ ਔਰ ਪਰਮੇਸ਼ਰ ਦੀ ਭਗਤੀ ਦਾ ਰਸ ਬਖਸ਼ ਦਿੱਤਾ। ਜਿਹੜੇ ਉਹਦੇ ਹੋ ਗਏ, ਜਿਹੜੇ ਉਸਦੇ ਬਣ ਗਏ, ਉਹਨਾਂ ਨੂੰ ਵਾਹਿਗੁਰੂ ਨੇ ਪਰਮੇਸ਼ਰ ਦੀ ਭਗਤੀ ਤੇ ਨਾਮ ਦਾ ਦਾਨ ਬਖਸ਼ ਦਿੱਤਾ। ਆਦ ਮਧ ਅੰਤ ਪ੍ਰਭ ਸੋਈ। ਪਹਿਲਾਂ, ਹੁਣ, ਅੰਤ ਨੂੰ, ਤਿੰਨਾਂ ਕਾਲਾਂ ਵਿੱਚ ਉਹ ਪ੍ਰਭੂ ਮੌਜੂਦ ਹੈ। ਪਹਿਲਾਂ ਵੀ ਸੀ, ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਨਾਨਕ ਤਿਸ ਬਿਨਾ ਆਵਰ ਨਾ ਕੋਈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਕਿ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਹੋਰ ਨਹੀਂ ਹੈ, ਉਹਦੇ ਬਿਨਾਂ ਕੋਈ ਦੂਜਾ ਨਹੀਂ ਹੈ। ਉਹੀ ਹੈ ਜੋ ਸਰਬ ਥਾਵਾਂ ਵਿੱਚ, ਸਰਬ ਜ਼ਰਰਿਆਂ ਵਿੱਚ, ਕਣਾਂ ਵਿੱਚ ਵਿਆਪਕ ਹੈ। ਉਸ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ।